स्वयं नहीं पा रहे हैं और आप मिनिस्टर फाउंडिंग फादर्स जैसे हम कहते हैं बेटा बेटी एक समान, ये मूल्य है हमारे। ਦੇਸ਼ ਦੇ ਬੱਚਿਆਂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਲ ਦੇ ਵਿੱਚ ਹੀ ਨਹੀਂ ਬਲਕਿ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਖਾਸ ਜਗ੍ਹਾ ਰਹਿੰਦੀ ਹੈ। ਕਈ ਮੌਕਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੱਚਿਆਂ ਦੇ ਪ੍ਰਤੀ ਇਹ ਪਿਆਰ ਪੂਰੀ ਦੁਨੀਆ ਵੇਖ ਚੁੱਕੀ ਹੈ। ਇੰਨਾ ਹੀ ਨਹੀਂ, ਪ੍ਰੀਖਿਆ ਵਰਗੀ ਚੁਣੌਤੀ ਦੇ ਮੌਕੇ ਤੇ ਵੀ ਪ੍ਰਧਾਨ ਮੰਤਰੀ ਬੱਚਿਆਂ ਦਾ ਹੌਸਲਾ ਹੀ ਵਧਾਉਂਦੇ ਰਹੇ ਨੇ। ਉਹ ਜਾਣਦੇ ਨੇ ਕਿ ਬੱਚਿਆਂ ਦਾ ਭਵਿੱਖ ਹੀ ਦੇਸ਼ ਦਾ ਭਵਿੱਖ ਹੈ। ਇਹ ਬੱਚੇ ਹੀ ਦੇਸ਼ ਦਾ ਭਵਿੱਖ ਬਣਦੇ ਨੇ। हम कहते हैं बेटा बेटी एक समान, ये मूल्य है हमारे। मूल्यों को कभी भी थोपने का प्रयास न करें, मूल्यों को जीकर प्रेरित करने का प्रयास करें। ਪਰ ਕੋਰੋਨਾ ਕਾਲ ਨੇ ਦੇਸ਼ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਪੇਸ਼ ਕੀਤੀ। ਇਸ ਦੇ ਬਾਰੇ ਸ਼ਾਇਦ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਅੱਜ ਸਾਡੇ ਦੇਸ਼ ਦੇ ਵਿੱਚ ਬਹੁਤ ਅਜਿਹੇ ਬੱਚੇ ਨੇ ਜਿਨ੍ਹਾਂ ਦੇ ਮਾਪੇ ਨੂੰ ਕੋਰੋਨਾ ਨੇ ਖੋ ਲਿਆ। ਉਹ ਬੱਚੇ ਅਨਾਥ ਹੋ ਚੁੱਕੇ ਨੇ ਤੇ ਹੁਣ ਉਹਨਾਂ ਬੱਚਿਆਂ ਦੇ ਲਈ ਪ੍ਰਧਾਨ ਮੰਤਰੀ ਇੱਕ ਵੱਡੀ ਪਹਿਲ ਕਰਦੇ ਨਜ਼ਰ ਆਏ। ਕੋਰੋਨਾ ਦੇ ਚਲਦਿਆਂ ਅਨਾਥ ਹੋਏ ਬੱਚਿਆਂ ਦੀ ਮਦਦ ਦੇ ਲਈ ਚੁੱਕੇ ਜਾਣ ਵਾਲੇ ਕਦਮਾਂ ਤੇ ਵਿਚਾਰ ਕਰਨ ਦੇ ਲਈ ਇੱਕ ਅਹਿਮ ਬੈਠਕ ਕੀਤੀ ਗਈ ਤੇ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਕਿ ਇਹਨਾਂ ਬੱਚਿਆਂ ਦੀ ਸਿੱਖਿਆ, ਇਹਨਾਂ ਦੀ ਸਿਹਤ ਦਾ ਖਰਚਾ ਹੁਣ ਪੀਐਮ ਕੇਅਰਸ ਫੰਡ ਤੋਂ ਚੁੱਕਿਆ ਜਾਏਗਾ। ਅਨਾਥ ਬੱਚਿਆਂ ਨੂੰ 18 ਸਾਲ ਦਾ ਹੋਣ ਤੱਕ 5 ਲੱਖ ਦਾ ਮੁਫਤ ਬੀਮਾ ਦਿੱਤਾ ਜਾਏਗਾ। ਉੱਚ ਸਿੱਖਿਆ ਦੇ ਲਈ ਐਜੂਕੇਸ਼ਨ ਲੋਨ ਦਿਲਾਉਣ ਦੇ ਵਿੱਚ ਵੀ ਮਦਦ ਕੀਤੀ ਜਾਏਗੀ। ਐਜੂਕੇਸ਼ਨ ਲੋਨ ਦੇ ਵਿਆਜ ਦਾ ਪੀਐਮ ਕੇਅਰ ਫੰਡ ਭੁਗਤਾਨ ਕਰੇਗਾ। 18 ਸਾਲ ਦਾ ਹੋਣ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਮਹੀਨੇ ਦਾ ਭੱਤਾ ਦਿੱਤਾ ਜਾਏਗਾ ਤੇ 23 ਸਾਲ ਦਾ ਹੋਣ ਤੇ ਪੀਐਮ ਕੇਅਰਸ ਫੰਡ ਚੋਂ 10 ਲੱਖ ਰੁਪਏ ਇਹਨਾਂ ਨੂੰ ਦਿੱਤੇ ਜਾਣਗੇ। ਆਪਣੇ ਮਾਪੇ ਨੂੰ ਖੋ ਚੁੱਕੇ ਇਹਨਾਂ ਬੱਚਿਆਂ ਦੀ ਦੇਖਭਾਲ ਤੇ ਇਹਨਾਂ ਦੀ ਮਦਦ ਲਈ ਫੈਸਲਾ ਕੀਤਾ ਗਿਆ ਤੇ ਇਸ ਦਾ ਐਲਾਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਟਵਿੱਟਰ ਤੇ ਲਿਖਿਆ ਕਿ ਬੱਚੇ ਦੇਸ਼ ਦੇ ਭਵਿੱਖ ਦੇ ਆਗੂ ਨੇ। ਸਾਡੇ ਬੱਚਿਆਂ ਦੇ ਹੱਕ ਦੇ ਵਿੱਚ ਉਹਨਾਂ ਦੀ ਸੁਰੱਖਿਆ ਲਈ ਅਸੀਂ ਸਭ ਕੁਝ ਕਰਾਂਗੇ। ਸਮਾਜ ਦੇ ਲਿਹਾਜ਼ ਸਾਡਾ ਫਰਜ਼ ਹੈ ਕਿ ਬੱਚਿਆਂ ਦੀ ਦੇਖਭਾਲ ਕਰੀਏ ਤੇ ਇਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰੀਏ। ਤੇ ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪ੍ਰਧਾਨ ਮੰਤਰੀ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਹੋਇਆਂ ਟਵਿੱਟਰ ਤੇ ਲਿਖਿਆ ਕਿ ਮੋਦੀ ਸਰਕਾਰ ਨੇ ਕੋਰੋਨਾ ਦੇ ਚਲਦਿਆਂ ਆਪਣੇ ਮਾਤਾ-ਪਿਤਾ ਖੋਣ ਵਾਲੇ ਬੱਚਿਆਂ ਦਾ ਧਿਆਨ ਰੱਖਣ ਦੇ ਲਈ ਇੱਕ ਬਹੁਤ ਹੀ ਸੰਜੀਦਾ ਤੇ ਕਲਿਆਣਕਾਰੀ ਫੈਸਲਾ ਕੀਤਾ ਤੇ ਇਸ ਦੇ ਲਈ ਪ੍ਰਧਾਨ ਮੰਤਰੀ ਨੂੰ ਮੈਂ ਧੰਨਵਾਦ ਕਰਦਾ। ਸੰਯੋਗ ਵਿੱਚ ਕਿ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਇਸ ਕਾਰਜਕਾਲ ਦੇ 2 ਸਾਲ ਵੀ ਪੂਰੇ ਕਰ ਲਏ ਨੇ ਤੇ ਇਸੇ ਵੇਲੇ ਕੇਂਦਰ ਵੱਲੋਂ ਇਹਨਾਂ ਬੱਚਿਆਂ ਦੇ ਲਈ ਇੱਕ ਵੱਡੀ ਪਹਿਲ ਕੀਤੀ ਗਈ ਹੈ ਤੇ ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਵੀ ਕਈ ਵਾਰ ਭਵਿੱਖ ਦੀ ਤਿਆਰੀ ਨੂੰ ਲੈ ਕੇ ਚਰਚਾ ਕਰ ਚੁੱਕੇ ਨੇ। अपने जिले में युवाओं बच्चों में संक्रमण और उसकी गंभीरता के आंकड़े व्यवस्थित करें, अलग से उस पर रेगुलर आप एनालिसिस कीजिए। आप स्वयं भी, मेरा सभी आप प्रमुख अधिकारियों से आग्रह है कि आप स्वयं भी उसका आकलन करें। इससे आगे के लिए तैयारी करने में मदद मिलेगी। ਜ਼ਾਹਿਰ ਹੈ ਕਿ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਨੇ ਤੇ ਇਸ ਦੇ ਫੈਲਣ ਦੀ ਰਫ਼ਤਾਰ ਵੀ ਕਈ ਸੂਬਿਆਂ ਦੇ ਵਿੱਚ ਘੱਟ ਹੋ ਗਈ ਹੈ, ਪਰ ਜਾਨਲੇਵਾ ਵਾਇਰਸ ਅਜੇ ਵੀ ਕਈ ਘਰਾਂ ਨੂੰ ਉਜਾੜ ਰਿਹਾ ਹੈ। ਹੁਣ ਵਾਰੀ ਹੈ ਉਹਨਾਂ ਬੱਚਿਆਂ ਦੇ ਨਾਲ ਖੜੇ ਹੋਣ ਦੀ, ਉਹਨਾਂ ਦੀ ਮਦਦ ਕਰੀਏ ਜਿਨ੍ਹਾਂ ਨੂੰ ਜ਼ਰੂਰਤ ਹੈ ਤੇ ਸਰਕਾਰ ਦੀ ਇਸ ਪਹਿਲ ਨੇ ਵੀ ਇੱਕ ਨਵੀਂ ਉਮੀਦ ਨੂੰ ਜਨਮ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਜ਼ਰੂਰ ਬਿਹਤਰ ਹੋਏਗਾ। ਬਿਊਰੋ ਰਿਪੋਰਟ ਜ਼ੀ ਇੰਡੀਆ। ਸੋ ਪੀਐਮ ਕੇਅਰ ਫੰਡ ਦਾ ਜ਼ਿਕਰ ਹੋ ਰਿਹਾ। तमाम ਸਹੂਲਤਾਂ ਕੇਂਦਰ ਦੀ ਸਰਕਾਰ ਦੇਣ ਜਾ ਰਹੀ ਹੈ। ਬਜ਼ਮ ਵਰਮਾ ਸਾਡੇ ਪੱਤਰਕਾਰ ਇਸੇ ਖਬਰ ਤੇ ਸਾਨੂੰ ਜਾਣਕਾਰੀ ਦੇਣਗੇ। ਬਜ਼ਮ, ਹੋਰ ਕਿਹੜੀ ਸਹੂਲਤ ਪੀਐਮ ਕੇਅਰ ਫੰਡ ਵਿੱਚ ਦਿੱਤੀ ਜਾਵੇਗੀ ਜਿਸ ਹਿਸਾਬ ਨਾਲ ਪ੍ਰਧਾਨ ਮੰਤਰੀ ਦਾ ਬਿਆਨ ਆਇਆ? ਦੇਖੋ, ਬਿਲਕੁਲ ਜਿਸ ਤਰੀਕੇ ਨਾਲ ਕਰੋਨਾ ਦੇ ਮਾਮਲੇ ਵੱਧ ਰਹੇ ਸੀ ਦੇਸ਼, ਹੁਣ ਹਾਲਾਂਕਿ ਘਟ ਰਹੇ ਨੇ, ਕਾਫੀ ਹੈਵੀ ਕੈਜੂਅਲਟੀਜ਼ ਜਾਂ ਲੌਸਿਸ ਕਹੀਏ ਦੇਸ਼ ਨੂੰ ਜਿਹੜੀਆਂ ਭੁਗਤਣੀਆਂ ਪਈਆਂ, ਕਿਉਂਕਿ ਕਈ ਸਾਰੇ ਲੋਕ ਜਿਹੜੇ ਆਪਣੀ ਜਾਨ ਜਿਹੜੀ ਉਹ ਗਵਾ ਬੈਠੇ। ਉਹਨਾਂ ਵਿੱਚ ਕੋਈ ਇਹੋ ਜਿਹੇ ਵੀ ਪਰਿਵਾਰ ਸੀ ਕਿ ਜਿਨ੍ਹਾਂ ਦੇ ਮਾਪੇ ਜਿਹੜੇ ਨੇ ਬੱਚਿਆਂ ਦੇ, ਉਹ ਦੋਨੋਂ ਕਰੋਨਾ ਕਰਕੇ ਆਪਣੀ ਜਾਨ ਗਵਾ ਬੈਠੇ, ਜਿਹਦੇ ਕਰਕੇ ਬੱਚੇ ਪਿੱਛੋਂ ਇਕੱਲੇ ਰਹਿ ਗਏ। ਬੱਚਿਆਂ ਦੀ ਕਿਸ ਤਰੀਕੇ ਨਾਲ ਪਰਵਰਿਸ਼ ਅੱਗੇ ਕੀਤੀ ਜਾਏ, ਕੌਣ ਉਹਨਾਂ ਦੀ ਦੇਖਭਾਲ ਕਰੇਗਾ, ਇਹ ਸਾਰੇ ਕਈ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਸੀਗੇ। ਜਿਸ ਤੋਂ ਬਾਅਦ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਹੋਏ, ਸੂਬਾ ਸਰਕਾਰ ਹੋਏ, ਸਾਰੀਆਂ ਸਰਕਾਰਾਂ ਜਿੰਨੇ ਵੀ ਸਟੇਟਸ ਦੀਆਂ ਨੇ, ਉਹ ਕੋਸ਼ਿਸ਼ ਕਰ ਰਹੀਆਂ ਸੀਗੇ ਕਿ ਕੋਵਿਡ ਤੋਂ ਕਿਸ ਤਰੀਕੇ ਨਾਲ ਰਾਹਤ ਪਾਈ ਜਾ ਸਕੇ। ਪਰ ਜਿਹੜੇ ਲੋਕ ਜਿਨ੍ਹਾਂ ਦੀ ਮੌਤ ਹੋ ਗਈ, ਉਹਨਾਂ ਨੂੰ ਕਿਸ ਤਰੀਕੇ ਨਾਲ, ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਕਿਸ ਤਰੀਕੇ ਨਾਲ ਰਿਲੀਫ ਦਿੱਤਾ ਜਾ ਸਕੇ। ਉਸ ਤੋਂ ਬਾਅਦ
ਬੱਚਿਆਂ ਦਾ ਖਿਆਲ ਹੈ ਕਿਉਂਕਿ ਇਹ ਕਿਹਾ ਜਾਂਦਾ ਕਿ ਦੇਸ਼ ਦਾ ਭਵਿੱਖ ਜਿਹੜਾ ਉਹਦਾ ਯੂਥ ਹੁੰਦਾ ਹੈ ਤੇ ਯੂਥ ਨੂੰ ਪਹਿਲਾਂ ਹੀ ਜਿਹੜਾ ਹੈ ਉਹ ਨਰਿਸ਼ ਕਰਨਾ ਪੈਂਦਾ ਹੈ। ਇਸ ਕਰਕੇ ਜੇ ਮਾਪੇ ਨਹੀਂ ਹੈਗੇ ਫਿਰ ਕੌਣ ਨਰਿਸ਼ ਕਰੇਗਾ ਉਹਨਾਂ ਨੂੰ, ਕੌਣ ਉਹਨਾਂ ਦੀ ਜਿਹੜਾ ਹੈ ਪਰਵਰਿਸ਼ ਕਰੇਗਾ। ਉਸ ਤੋਂ ਬਾਅਦ ਇਸ ਤਰੀਕੇ ਦੀ ਮੀਟਿੰਗ ਕੀਤੀ ਗਈ ਤੇ ਹੁਣ ਇੱਕ ਵੱਡਾ ਫੈਸਲਾ ਜਿਹੜਾ ਹੈ ਉਹ ਲਿੱਤਾ ਗਿਆ ਕਿ ਜਿਹੜੇ ਵੀ ਬੱਚੇ ਨੇ ਜਿਨ੍ਹਾਂ ਦੇ ਮਾਪੇ ਕਰੋਨਾ ਕਰਕੇ ਜਾਨ ਗਵਾ ਬੈਠੇ ਨੇ ਉਹਨਾਂ ਲਈ ਇੱਕ ਵੱਡਾ ਜਿਹੜਾ ਹੈ ਉਹ ਹੱਥ ਫੜਨ ਦਾ ਕੰਮ ਬਾਂਹ ਫੜਨ ਦਾ ਕੰਮ ਜਿਹੜਾ ਹੈ ਉਹ ਕੇਂਦਰ ਸਰਕਾਰ ਕਰ ਰਹੀ ਹੈ। ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੇ ਅਨਾਥ ਬੱਚੇ ਹੋਏ ਨੇ ਕਰੋਨਾ ਕਰਕੇ ਜਿਨ੍ਹਾਂ ਦੇ ਮਾਪੇ ਜਿਹੜੇ ਉਹ ਨਹੀਂ ਰਹੇ ਉਹਨਾਂ ਨੂੰ 18 ਸਾਲ ਤੱਕ ਜਿਹੜਾ ਹੈ ਉਹ ਮੁਫਤ ਬੀਮਾ ਜਿਹੜਾ ਹੈ ਉਹ ਦਿੱਤਾ ਜਾਊਗਾ। ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਉਹਨਾਂ ਦੀ ਹਾਇਰ ਐਜੂਕੇਸ਼ਨ ਲਈ ਜਿਹੜਾ ਹੈ ਉਹਨਾਂ ਨੂੰ ਲੋਨ ਵੀ ਦਿੱਤਾ ਜਾਊਗਾ ਜਿਹਦਾ ਜਿਹੜਾ ਭੁਗਤਾਨ ਹੋਏਗਾ ਜਾਂ ਫਿਰ ਜਿਹਦਾ ਵਿਆਜ ਹੋਏਗਾ ਉਹ ਪੀਐਮ ਕੇਅਰਸ ਫੰਡ ਤੋਂ ਹੀ ਕਟੇਗਾ। ਯਾਨੀ ਬੱਚਿਆਂ ਨੂੰ ਇਸ ਚੀਜ਼ ਦੀ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਜੇ ਉਹ ਅੱਗੇ ਪੜ੍ਹਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਉਸ ਲਈ ਵੀ ਲੋਨ ਮਿਲੇਗਾ ਜਿਹਦੇ ਲਈ ਉਹਨਾਂ ਨੂੰ ਜਿਹੜਾ ਹੈ ਉਹ ਵਿਆਜ ਨਹੀਂ ਦੇਣਾ ਹੈ, ਉਹ ਸਿੱਧਾ ਪੀਐਮ ਕੇਅਰਸ ਫੰਡ ਤੋਂ ਜਾਊਗਾ। ਪਰ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ 18 ਵਰਸ਼ ਜਦ ਹੋ ਜਾਣਗੇ ਉਸ ਤੋਂ ਅਗਲੇ 5 ਸਾਲ ਤੱਕ ਮਾਸਿਕ ਭੱਤਾ ਯਾਨੀ ਇੱਕ ਕਹੀਏ ਕਿ ਪਾਕਟ ਮਨੀ ਦੇ ਤੌਰ ਤੇ ਪੈਸੇ ਵੀ ਜਿਹੜੇ ਨੇ ਉਹ ਦਿੱਤੇ ਜਾਣਗੇ ਤਾਂ ਕਿ ਬੱਚਿਆਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਹੋਏ। ਤੇ ਜਦ 23 ਸਾਲ ਦੇ ਹੋ ਜਾਣਗੇ ਇੱਕ ਕੇਂਦਰ ਸਰਕਾਰ ਆਤਮ ਨਿਰਭਰ ਦੀ ਗੱਲ ਕਰਦੀ ਹੈ, ਆਤਮ ਨਿਰਭਰਤਾ ਦੀ ਗੱਲ ਕਰਦੀ ਹੈ ਕਿ ਆਤਮ ਨਿਰਭਰ ਬਣੋ। ਹੋ ਸਕਦਾ ਇਹ ਹੀ ਫੈਸਲਾ ਇਸ ਕਰਕੇ ਲਿੱਤਾ ਹੋਏ ਕਿ 23 ਸਾਲ ਦਾ ਜਦ ਬੱਚਾ ਹੋ ਜਾਏਗਾ ਉਹਨੂੰ 10 ਲੱਖ ਰੁਪਏ ਜਿਹੜੇ ਹੈ ਉਹ ਪੀਐਮ ਕੇਅਰਸ ਫੰਡ ਤੋਂ ਦਿੱਤੇ ਜਾਣਗੇ ਤਾਂ ਕਿ ਅੱਗੇ ਆਪਣਾ ਬਿਜ਼ਨਸ ਡਿਵੈਲਪ ਕਰੇ ਜਾਂ ਕਿਸ ਤਰੀਕੇ ਨਾਲ ਅੱਗੇ ਇਨਵੈਸਟ ਕਰਨਾ ਬੱਚੇ ਨੇ ਆਪਣੇ ਉੱਤੇ, ਕਿਸ ਤਰੀਕੇ ਨਾਲ ਨੌਕਰੀ ਕਰਨੀ ਹੈ ਜਾਂ ਕਿਸ ਤਰੀਕੇ ਨਾਲ ਅੱਗੇ ਜ਼ਿੰਦਗੀ ਬਤੀਤ ਕਰਨੀ ਹੈ ਆਪਣੀ, ਉਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਹੈ 10 ਲੱਖ ਰੁਪਏ ਦੇਣ ਦੀ ਵੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ। ਹੁਣ ਸਵਾਲ ਕਈ ਸਾਰੇ ਇਹ ਵੀ ਖੜੇ ਹੁੰਦੇ ਨੇ ਕਿ ਕੌਣ-ਕੌਣ ਇਹ ਬੱਚੇ ਹੋਣਗੇ, ਕਿਸ ਤਰੀਕੇ ਨਾਲ ਇਹ ਫਾਰਮੈਲਿਟੀਜ਼ ਜਿਹੜੀਆਂ ਉਹ ਪਾਸ ਹੋਣਗੀਆਂ ਕਿਉਂਕਿ ਸੂਬਾ ਸਰਕਾਰ ਜਿਹੜੀ ਹੈ ਉਹ ਦੇਖ ਰਹੀ ਹੈ ਕਿ ਜਿਹੜੇ ਬੱਚੇ ਨੇ ਜਿਨ੍ਹਾਂ ਦੇ ਮਾਪੇ ਜਿਹੜੇ ਉਹ ਨਹੀਂ ਰਹੇ ਕਰੋਨਾ ਕਰਕੇ ਉਹਨਾਂ ਦੀ ਦੇਖਭਾਲ ਕੀਤੀ ਜਾਏ। ਹੁਣ ਕੇਂਦਰ ਸਰਕਾਰ ਤੱਕ ਲਿਸਟ ਪਹੁੰਚੇਗੀ, ਡਾਟਾ ਪਹੁੰਚੇਗਾ, ਕੀ ਪ੍ਰੋਸੀਜਰ ਰਹੇਗਾ, ਕਿ ਇਹਦੇ ਵਿੱਚ ਸੂਬਾ ਸਰਕਾਰ ਜਿਹੜੀ ਹੋਏਗੀ ਦੇਸ਼ ਦੀਆਂ ਉਹ ਨਾਲ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਅੱਗੇ ਨਾਲ ਰਹਿਣਗੀਆਂ ਇਹਨਾਂ ਦੇ ਜਾਂ ਡਾਟਾ ਪ੍ਰੋਵਾਈਡ ਕਰਨਗੀਆਂ, ਕੋਈ ਫੈਸਿਲਿਟੀ ਪ੍ਰੋਵਾਈਡ ਕਰਨਗੀਆਂ, ਇਹ ਜ਼ਰੂਰ ਦੇਖਣਾ ਹੋਵੇਗਾ। ਪਰ ਇੱਕ ਵੱਡੀ ਸੌਗਾਤ ਜਿਹੜੀ ਹੈ ਉਹ ਕੇਂਦਰ ਸਰਕਾਰ ਵੱਲੋਂ ਜਿਹੜੀ ਹੈ ਯੰਗਸਟਰਸ ਲਈ ਜਾਂ ਇਹੋ ਕਹੀਏ ਕਿ ਜਿਨ੍ਹਾਂ ਦੇ ਮਾਪੇ ਜਿਹੜੇ ਉਹ ਨਹੀਂ ਰਹੇ ਕਰੋਨਾ ਕਰਕੇ ਅਨਾਥ ਹੋ ਗਏ ਬੱਚੇ ਉਹਨਾਂ ਲਈ ਲੈ ਕੇ ਆ ਰਹੀ ਹੈ ਤੇ ਇੱਕ ਵੱਡਾ ਕਦਮ ਜਿਹੜਾ ਹੈ ਉਹ ਜ਼ਰੂਰ ਚੱਕਿਆ ਜਾ ਰਿਹਾ ਹੈ। ਜੀ ਬਿਲਕੁਲ, ਜਿਹੜਾ ਇਹ ਕਦਮ ਹੈ ਇਸ ਦੀ ਸ਼ਲਾਘਾ ਵੀ ਹੋ ਰਹੀ ਹੈ ਪਰ ਜਿਸ ਹਿਸਾਬ ਨਾਲ 10-10 ਲੱਖ ਰੁਪਏ ਦਾ ਜ਼ਿਕਰ ਹੋ ਰਿਹਾ ਹੈ ਬਜ਼ਮ ਕਿ 23 ਸਾਲ ਤੋਂ ਬਾਅਦ ਸਰਕਾਰ ਉਸ ਨੂੰ ਵੀ ਪ੍ਰੋਸੀਜਰ ਵਿੱਚ ਲਿਆਵੇਗੀ, ਸੋ ਉਸ ਤੇ ਕਿਸ ਤਰ੍ਹਾਂ ਦੀ ਰੂਪਰੇਖਾ ਸਰਕਾਰ ਨੇ ਤਿਆਰ ਕੀਤੀ ਹੈ? ਦੇਖੋ ਹਜੇ ਮੀਟਿੰਗ ਹੋਈ ਹੈ, ਮੀਟਿੰਗ 'ਚ ਅੱਗੇ ਪ੍ਰੋਸੀਜਰ ਕੀ ਹੋਏਗਾ ਕਿਉਂਕਿ ਸੂਬਾ ਸਰਕਾਰ ਜਾਂ ਡਿਸਟ੍ਰਿਕਟ ਲੈਵਲ ਤੇ ਪਤਾ ਹੋਣਾ ਕਿ ਕਿਸ ਬੱਚੇ ਦੇ ਮਾਪਿਓ ਜਿਹੜੇ ਨੇ ਉਹ ਨਹੀਂ ਰਹੇ ਕਰੋਨਾ ਕਰਕੇ ਉਹਨਾਂ ਦੀ ਮੌਤ ਹੋ ਗਈ। ਉਸ ਬੱਚੇ ਦੇ ਡਾਟਾ ਜਿਹੜਾ ਹੈ ਉਹ ਅੱਗੇ ਕਿਸ ਤਰੀਕੇ ਨਾਲ ਸੂਬਾ ਸਰਕਾਰ ਕੋਲ ਪਹੁੰਚੇਗਾ, ਸੂਬਾ ਸਰਕਾਰ ਅੱਗੇ ਕੇਂਦਰ ਸਰਕਾਰ ਕੋਲ ਮੁਹੱਈਆ ਕਰਵਾਦੀ ਹੈ ਜਾਂ ਫਿਰ ਜਿਹੜੇ ਕੇਂਦਰ ਦੇ ਆਪਣੇ ਡਿਪਾਰਟਮੈਂਟ ਨੇ ਉਹ ਸੂਬਿਆਂ 'ਚ ਕੰਮ ਕਰਨਗੇ, ਡਿਸਟ੍ਰਿਕਟ ਲੈਵਲ ਤੇ ਕੰਮ ਕਰਨਗੇ, ਉੱਥੋਂ ਪਤਾ ਲੱਗੇਗਾ ਕਿ ਇਸ ਬੱਚੇ ਦੇ ਮਾਪੇ ਜਿਹੜੇ ਨੇ ਉਹ ਕਰੋਨਾ ਕਰਕੇ ਨਹੀਂ ਰਹੇ ਤਾਂ ਇਸ ਨੂੰ ਚੁਣਿਆ ਜਾ ਸਕਦਾ ਹੈ। ਇਹ ਸਾਰੀ ਪ੍ਰੋਸੀਜਰ ਜਿਹੜਾ ਹੈ ਇੱਕ ਲੰਬਾ ਪ੍ਰੋਸੀਜਰ ਹੈ ਪਰ ਜਲਦ ਆਉਣ ਤੇ ਜਿਹੜਾ ਹੈ ਉਹ ਇਹ ਵੀ ਪਤਾ ਲੱਗ ਜਾਏਗਾ ਕਿ ਕਿਸ ਤਰੀਕੇ ਨਾਲ ਇਹ ਸਾਰਾ ਅੱਗੇ ਕੰਮ ਸ਼ੁਰੂ ਕਰਦੇ ਨੇ। ਜੀ ਠੀਕ ਹੈ ਬਜ਼ਮ, ਬਹੁਤ ਬਹੁਤ ਤੁਹਾਡਾ ਧੰਨਵਾਦ।